ਅਸਾਂ ਯਾਰ ਮਨਾਵਣਾ ਹੈ, ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ। ਇਹ ਮਾਮਲਾ ਮੁਕਾਵਣਾ ਹੈ, ਇਹ ਮਸਲਾ ਮੁਕਾਵਣਾ ਹੈ, ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ। ਉਹ ਤੇਰਾ ਬਲ ਤੇਰੀ ਪਈ ਨੂੰ ਚੱਲਦਾ ਪਿਆ। अस्सलाम वालेकुम नाजरीन, मैं हूं उमर रजा और आप देख रहे हैं चाचू अस्कोर शो। मैं आज की एपिसोड में आप सबको खुशामदीद कहता हूं। अभी चाचू अस्कोर के बारे में एक खबर मिली थी जिसमें उनके साथ कोई चोरी डकैती वाला कोई वारदात हुई है, तो हम अभी चाचू से ही पूछते हैं कि उनके साथ क्या हुआ है। अस्सलाम वालेकुम चाचू, अभी मैंने आपके बारे में एक खबर सुनी है कि आपकी भैंस चोरी हो गई है, ये क्या मामला है? अस्सलाम वालेकुम। ਹਾਂਜੀ ਜਿਹੜੀ ਤੁਸੀਂ ਖਬਰ ਸੁਣੀ ਹੈ ਗੱਲ ਉਹ ਠੀਕ ਹੈ, ਪਰ ਕੁਝ ਅੱਧੀ ਖੱਦੀ ਠੀਕ ਹੈ ਅੱਧੀ ਖੱਦੀ ਗਲਤ ਹੈ। ਉਹ ਖਬਰ ਅਸਲੇ ਜਿੰਜ ਹੋਣੀ ਆ ਕਿ ਚਾਚੂ ਦੇ ਘਰ 'ਚ ਚੋਰੀ ਦੀ ਵਾਰਦਾਤ ਦੀ ਕੋਸ਼ਿਸ਼ ਤੇ ਚਾਚੂ ਜਹਿਮਾ ਜ਼ਬਾਨ ਨੇ ਚੋਰ ਨੂੰ ਭਜਾ ਦਿੱਤਾ ਤੇ ਇਹ ਕੋਸ਼ਿਸ਼ ਨਾਕਾਮ ਬਣਾ ਦਿੱਤੀ। ਅਸਲ 'ਚ ਹੋਇਆ ਇਹ ਕਿ ਮੇਰੀ ਮੱਝ ਨਹੀਂ ਚੋਰੀ ਹੋਈ, ਤੁਸੀਂ ਖੱਬ ਦਾ ਕੰਮ ਬਣਾ ਲਿਆ। ਉਹ ਮੇਰੇ ਮੱਝ ਦੀ ਜੰਜੀਰ ਜਿਹੜਾ ਉਹ ਚੋਰੀ ਹੋ ਗਿਆ। ਅਸਲ 'ਚ ਹੋਇਆ ਇਹ ਕਿ ਮੈਂ ਨਮਾਜ਼ ਪੜ੍ਹ ਕੇ ਜ਼ੋਰ ਦੀ ਆਇਆ ਨਾ ਡੇਰੇ ਤੇ ਗਿਆ ਤੇ ਮੈਂ ਵੇਖਿਆ, ਮੇਰਾ ਖਿਆਲ ਐਵੇਂ ਨਜ਼ਰ ਪਈ ਤਾਂ ਵੱਡੀ ਮੱਝ ਜਿਹੜੀ ਆ ਨਾ ਕਿੱਲੇ ਤੇ ਬੈਠੀ ਆ ਚੁਗਾਲੀ ਕਰਨ ਦੀ, ਤੇ ਉਹਦੇ ਗੱਲ ਜੰਜੀਰ ਖਾਈ ਨਾ। ਮੈਂ ਉਹਦੀ ਚੁਗਾਲੀ ਤੋਂ ਅੰਦਾਜ਼ਾ ਲਾਇਆ ਮੈਂ ਕਿ ਕੋਈ ਚੋਰ ਤਾਂ ਹੁਣੇ ਲਾਈ ਕੇ ਗਿਆ ਹੈ, ਤੇ ਨਾਲ ਮੈਂ ਗੌਰ ਕੀਤਾ ਤਾਂ ਬੈਠਾ ਹੀ ਤਰੀਕੀ ਜਾਂਦਾ ਆ ਉੱਥੋਂ ਉਹ 4-5 ਕਿਲੋ ਦੀ ਜਿਹੜੀ ਹਾਂ ਨਾ ਦੁਆ ਜੰਜੀਰ ਉਹ ਤਰੀਕ ਕੇ ਲਾਏ ਗਿਆ ਚੋਰ। ਮੈਨੂੰ ਪਤਾ ਲੱਗ ਗਿਆ ਚੋਰ ਕੀ ਹੋ ਜਿਆ। ਇਹ ਜਿਹੜੇ ਅਸੀਂ ਪਿੰਡ ਹੁੰਦੇ ਆ ਨਾ, ਸਾਡੀ ਛੱਟੀ ਬੜੀ ਤੇਜ਼ ਹੁੰਦੀ ਹੈ ਤੇ ਨਾਲ ਖੁਰੇ ਨੱਪਣ ਦੇ ਵੀ ਅਸੀਂ ਬੜੇ ਸ਼ੇਰ ਹੁੰਦੇ ਆ। ਉਹ ਮੈਂ ਬਤਰੀਆਂ ਨੂੰ ਸੱਦਿਆ, ਮੈਂ ਕਿਹਾ ਉਹ ਇੱਥੇ ਕੋਈ ਲਾਏਗੀ ਉਹ ਜੰਜੀਰ ਮੱਝ ਦਾ ਤੇ ਇੱਥੇ ਇਹਦੇ ਨੇੜੇ ਬੰਦਾ ਉਸੀ ਦੂਰ ਇਸ ਤੋਂ ਨਾ ਆ ਜਵਿੰਦਾ ਜਿਹੜਾ ਤਰੀਕੀ ਜਾਂਦਾ। ਉਹ ਅਸੀਂ ਮਗਰ ਉਹਦਾ ਪੂਰਾ ਘੱਟ ਰੱਖਿਆ, ਮਗਰ ਗਿਆ ਸੇ ਉਹ ਅਗੇਰੇ ਜਾ ਕੋਈ ਫਰਲਾਂਗ ਡੇਢ ਤੇ ਨਾ ਚੋਰ ਸਾਹਿਬ ਮੈਂ ਜੰਜੀਰ ਦੇ ਮੂੰਹ ਤੇ ਪਏ ਹੋਏ ਖਾਲੇ ਦੇ ਵਿੱਚ ਉਹਨੂੰ ਉਠਾਇਆ ਤਾਂ ਬੱਗਰੀ ਵੇਖ ਲਾ ਬਈ ਉਹ ਇੱਕ ਚੋਰ ਤੇ ਦੂਆ ਚੱਤਰ ਵਾਲੀ ਗੱਲ ਹੋ ਗਈ। ਉਹ ਆਕੜਿਆ ਸਕਿਆ ਮੈਨੂੰ ਹੱਥ ਨਾ ਲਾਵੀਂ, ਉਹ ਚਾਰ ਦੋ ਇੱਕ ਛੰਡੀਆਂ। ਉਹ ਮੈਂ ਆਖਿਆ ਨਾ ਪੁੱਤਰ ਇਹਨੂੰ ਤਾਂ ਰੱਬ ਅੱਗੇ ਸਜ਼ਾ ਦਿੱਤੀ ਹੋਈ ਏ, ਤੂੰ ਮਰੇ ਸੇ ਦੇ ਅੱਗੇ 302 ਏ, ਸਾਨੂੰ ਇਹਨੂੰ ਮਾਰਨ ਦੀ ਲੋੜ ਨਹੀਂ। ਜੰਜੀਰ ਲੱਭ ਗਿਆ ਨੂੰ ਪਰਾ ਦਫਾ ਕਰਤੇ ਉਹ ਰਾਜ। ਉਹ ਅਸੀਂ ਉਹਨੂੰ ਜਨਾਬ ਹੈ ਸਾਡੇ ਨਾਲ ਚੋਰੀ ਤਾਂ ਹੋਈ ਸਾਡੀ। ਤੇ ਇਹ ਜਿਹੜੇ ਚੋਰ ਹੁੰਦੇ ਨੇ ਨਸ਼ਈ, ਇਹ ਤਾਂ ਜੰਜੀਰ ਆ 54 ਕਿਲੋ ਦੀ, ਇਹ ਤਾਂ ਡੱਕਣ ਬਣ ਕੇ ਨਾ ਦੂਆਂ ਦੇ ਤੁਹਾਡੇ ਸ਼ਹਿਰੀਆਂ ਦੇ ਗਟਰਾਂ ਦੇ ਉਹ ਸਰੀਆ ਉੱਤੋਂ ਕੱਢ ਕੇ ਉਹ ਲਾਏ ਜਾਂਦੇ ਨੇ, ਬਾਹਰ ਜਿਹੜੀ ਛਾਪ ਵੀ ਉਹ ਲਾ ਲੈਂਦੇ ਨੇ। ਇਹ ਤੇ ਬਹੁਤ ਜ਼ਿਆਦਾ ਹੁਣ ਨਸ਼ਈ ਹੋ ਗਏ ਤੇ ਇਹ ਕੰਮ भी बड़ा हो गया। चले ठीक है, आपकी भैंस नहीं, आपकी भैंस की जंजीर चोरी हुई थी, लेकिन मैंने इस तरह के वाकयात आपके डेरों पर और भी बहुत सुने हैं, तो आपने इसके बारे में क्या इकदाम किए हैं? ਉਹ ਬਾਦਸ਼ਾਹ ਇਹ ਜ਼ਮੀਨ ਦੀ ਹਿਫਾਜ਼ਤ ਵਾਸਤੇ ਨਾ ਮੈਂ ਬੜਾ ਜ਼ਬਰਦਸਤ ਇੰਤਜ਼ਾਮ ਕੀਤਾ ਹੋਇਆ। ਦਾ SSG ਕਮਾਂਡੋਜ਼ ਤੇ ਫਿਜ਼ਾਈ ਨਿਗਰਾਨੀ ਵਾਸਤੇ 2 F-16 ਜੈਟ ਹੰਟਰ ਜਿਹੜੇ ਨਾ ਪਾਕ ਫਿਜ਼ਾਈਆ ਤੋਂ ਇਹ ਮੈਂ ਹਾਇਰ ਕੀਤੇ ਹੋਣ ਤੇ ਚੋਰ ਨੂੰ ਫੱਦਣ ਵਾਸਤੇ ਜਿਹੜਾ ਮੇਰਾ ਜ਼ਮੀਨ ਚੇਸ ਸੀ ਮੇਰੀ ਉਹਦੇ ਵਾਸਤੇ ਮੈਂ ਅਮਰੀਕਾ ਦੀ CIA ਜਿਹੜੀ ਹੈ ਨਾ ਉਹਦੇ ਨਾਲ ਗੱਲਬਾਤ ਕੀਤੀ ਹੋਈ ਹੈ। ਇਹ ਏਡੀ ਸੌਖੀ ਜ਼ਮੀਨ ਨਹੀਂ ਚਾਹਵੇਂ, ਜ਼ਮੀਨ ਚਮਦੀ ਵੀ ਨਹੀਂ ਤੇ ਚਾਹ ਲਈ ਤਾਂ ਆਪਾਂ ਫੱਦ ਲਈ ਸਾਂ। ਉਹ ਯਾਰ ਤੂੰ ਮੇਰੇ ਕੋਲ ਇੰਜ ਪੁੱਛਦਾ ਪਿਆ ਏ ਵੀ ਕੀ ਇੰਤਜ਼ਾਮ ਕੀਤਾ ਹੀ ਨੇ ਜਿਵੇਂ ਮੈਂ ਚੱਕ ਦਾ ਨਾਜ਼ਮ ਲੱਗੋਇਆ। ਹਾਏ ਠੀਕ ਹੈ ਮੈਂ ਸੈਲੈਬ੍ਰਿਟੀ ਆ ਪਿੰਡ ਦੀ, ਵਡੇਰਾ ਬੰਦਾ ਬਜ਼ੁਰਗ ਵੀ ਹੋਇਓ, ਪਰ ਇਹ ਘਰੇ ਕਰਨ ਦੇ ਕੰਮ ਨਹੀਂ। ਬਾਕੀ ਲੋਕਾਂ ਨੇ ਆਪਣੇ ਤੌਰ ਤੇ ਜੰਗ ਅਜ਼ੀਮ ਦੋਮ ਦੇ ਦੌਰ ਦੀਆਂ ਜਿਹੜੀਆਂ ਹੈ ਨਾ ਬੰਦੂਕਾਂ ਗੂਹੇ ਤੇ ਬੀਉਂ ਹੀ ਹੁੰਦੀਆਂ ਉਹ ਕੱਢ ਕੇ ਰੱਖੀਆਂ ਹੋਈਆਂ ਤੇ ਉਹ ਰਾਤੀ ਹਰ ਕੋਈ ਵਾਰੀ ਭਾਰਾ ਦਿੰਦਾ ਹੈ, ਪੂਰੇ ਚੱਕ ਦਾ ਹੀ ਭਾਰਾ ਹੁੰਦਾ ਹੈ। ਇਹ ਚੋਰੀ ਨਹੀਂ ਹੁੰਦੀ ਤੇ ਜੇ ਚੋਰ ਦੇ ਨਾਲ ਕੁੱਤੀ ਨਾ ਰਲ ਜਾਵੇ ਤਾਂ ਬਾਅਦ ਕੁੱਤੀਆਂ ਵੀ ਰਲ ਜਾਂਦੀਆਂ ਨਾ। अच्छा, चले फर्ज करें आपकी भैंस चोरी हो गई है और उसके बाद वो भैंस आपके सामने से गुजर रही है या आपके सामने आ गई है, तो आप उस भैंस को पहचानेंगे कैसे? अल्लाह माफी देवे मेरी मझ क्यों चोरी होवे, तेरा टामी होवे खचोरी। मैं तेरी नीयत सही नहीं लगती, तेरे इरादे की है? मज्जी मेरी छुड़ाओ तो नहीं हो?
ਤੂੰ ਆਪ ਵੀ ਉਹ ਨਸ਼ਈ ਉਹ ਚੋਰ ਵਰਗਾ ਜ਼ੰਜੀਰ ਵਾਲੇ ਕੋਈ ਖਿਆਲ ਰੱਖੀਏ ਨਾ ਮਾਚਾ ਮੈਂ ਨਾ ਆਵੇਂ ਤੇ ਆਪ ਮੂੰਹ ਤੇ ਪਰਨੇ ਪਿਆ ਹੋਵੇਂ ਤੇ ਤੈਨੂੰ ਹੀ ਉਠਾਉਣਾ ਪਾਇਆ ਜਾ। ਤੇ ਰਹੀ ਗੱਲ ਮੱਝ ਨੂੰ ਸਜਾਵਣ ਦੇ, ਤੇ ਇਹ ਮੱਝ ਕੀ ਇਹ ਸਾਰੇ ਜਾਨਵਰ ਜਿਹੜੇ ਨੇ ਨਾ ਇਹ ਸਾਡੀ ਬੜੀ ਪਹਿਚਾਣ ਚ ਹੁੰਦੇ ਨੇ। ਇਹ ਮੈਨੂੰ ਦੱਸ ਵੀ ਇਹ ਚੀਨੀ ਜਿਹੜੇ ਨੇ ਇਹ ਆਪਣੇ ਬੱਚਿਆਂ ਨੂੰ ਕਿਵੇਂ ਸਿਣਾਉਂਦੇ ਨੇ, ਜਾਂ ਮਾਂ ਪਿਓ ਆਪਣੇ ਜੁੜਵਾਂ ਬੱਚਿਆਂ ਨੂੰ ਕਿਵੇਂ ਸਿਣਾਉਂਦਾ ਹੈ। ਇੰਜੀ ਇਹ ਸਾਡੇ ਬੱਚੇ ਹੁੰਦੇ ਨੇ ਤੇ ਸਾਡੇ ਕੋਲੋਂ ਜਦੋਂ ਇਹ ਰਹਿੰਦੇ ਨੇ ਨਾ ਸਾਡੇ ਨਾਲ, ਇਹ ਜੰਮੇ ਸਾਡੇ ਕੋਲ ਹੁੰਦੇ ਨੇ, ਪਲੇ ਸਾਡੇ ਕੋਲ ਹੁੰਦੇ ਨੇ, ਤੇ ਇਹਨਾਂ ਦੀ ਇੱਕ ਇੱਕ ਗੱਲ ਆ ਸਾਨੂੰ ਪਤਾ ਹੁੰਦਾ ਤੇ ਅਸੀਂ ਨਾ ਸਜਾਣੀਏ ਤੇ ਇਹ ਸਾਨੂੰ ਸਜਾਣ ਲੈਂਦੇ ਨੇ। ਇਹ ਭੁੱਲਦੇ ਨਹੀਂ ਸਾਨੂੰ। ਆਪੇ ਤੁਸੀਂ ਕੋਈ ਜੱਸੋ ਨਾ ਤੇ ਆਪੇ ਤੁਹਾਡੇ ਨੂੰ ਵੇਖ ਕੇ ਰਿੰਗਣ ਲੱਗ ਪਊ। ਨਹੀਂ ਤੇ ਇਨ ਤੇ ਮੁੜ ਰੋਜ਼ ਹਰ ਕੋਈ ਚੋਰੀ ਕਰ ਤੇ ਲੱਭੀਆ ਹੀ ਨਾ, ਪਹਿਚਾਣ ਹੀ ਨਾ ਹੋਵੇ। ਤੇ ਜਿਹੜੀ ਗੱਲ ਤੇਰੇ ਮਸ਼ਵਰੇ ਵਾਲੀ ਹੈ ਨਾ ਵੀ ਮੈਂ ਇਹਨਾਂ ਦੇ ਉੱਤੇ ਨੰਬਰ ਪਲੇਟਾਂ ਲਵਾ ਲਈ, ਮੱਜੀ ਦੇ ਉੱਤੇ ਨੰਬਰ ਪਲੇਟਾਂ ਲਾ ਲਈ, 50-60 ਡੋਰ ਹੈ ਮੇਰਾ ਉੱਤੇ ਨੰਬਰ ਪਲੇਟਾਂ ਲਵਾਈ ਤੇ ਲਵਾਈ ਮੁੜ ਇਹ ਸੋਚਾਂ ਤੂੰ ਚ ਦੱਸ ਵੀ ਕਿੱਥੋਂ ਦੀ ਲਵਾਈ, ਇਸਲਾਮਾਬਾਦ ਦੀ ਲਵਾਈ ਜਾਂ ਮੈਂ ਇੱਥੋਂ ਦੀਆਂ ਪੰਜਾਬ ਦੀਆਂ ਲਵਾ ਲਈ। ਤੇ ਜਿਹੜੇ ਨਵੇਂ ਕੱਟੀਆਂ ਕੱਟੇ ਜੰਮੇ ਨਾ ਦੇ ਮੱਥੇ ਤੋਂ ਅਪਲਾਈਡ ਫਾਰ ਲਿਖ ਲਿਆ ਕਰਾਂ। ਤੁਹਾਨੂੰ ਇਤਨੀ ਸੋਰੀ ਕਾਈ ਨਹੀਂ। ਵੈਸੇ ਤੁਸੀਂ ਘਬਰਾਓ ਨਹੀਂ, ਇਹ ਹਕੂਮਤ ਕੋਈ ਦਿਆਂਦਾ ਇਹ ਨੰਬਰ ਪਲੇਟਾਂ ਵੀ ਸਾਨੂੰ ਲਾ ਛੋੜਦੀਆਂ ਡੋਰਾਂ ਦੇ ਉੱਤੇ ਵੀ ਲਾ ਲਈ ਸਾਂ ਤੇ ਮੋੜੇ ਖੜੀ ਗਈਆਂ ਤੇ ਮੋੜ ਲੱਭਣੀ ਅੱਗੇ ਵੀ ਕਾਸ਼ਾ ਨਹੀਂ ਲੱਭਦੀ, ਕਿਹੜੀ ਨੰਬਰਾਂ ਵਾਲੀ ਸ਼ਾਇਦ ਲੱਭਦੀ ਹੈ ਤੇ ਇਹ ਨੰਬਰਾਂ ਵਾਲੀ ਨਾ ਲੱਭਦੀ ਸਾਨੂੰ। ਤੈਨੂੰ ਮੈਂ ਇਹਦੀ ਇੱਕ ਗੱਲ ਚ ਦੱਸਣਾ ਵੀ ਅਸੀਂ ਕਿਵੇਂ ਸੀਣੇ ਆ ਜਾਂ ਸਾਡੀ ਇਸ ਕਿਵੇਂ ਪਹਿਚਾਣਦੀ ਆ ਆਪਣੇ ਜਾਨਵਰ ਨੂੰ। ਜੇ ਸਿਆਣਾ ਹੋਇਆ ਤਾਂ ਸਮਝ ਜਾਸੇ, ਵੈਸੇ ਤੂੰ ਹੈ ਤਾਂ ਕੋਈ ਨਾ ਸਿਆਣਾ। ਇੱਕ ਨਾ ਸਾਡੇ ਬਜ਼ੁਰਗ ਆਣ ਤੇ ਉਹਨਾਂ ਦੀ ਖਰੀ ਗਈ ਮੱਝ, ਉਹ 2-2.5 ਸਾਲ ਲੰਘ ਗਏ, ਉਹਨੂੰ ਮੱਝ ਲੱਭ ਕੇ ਕਾਈ ਨਾ ਲੱਭੀ। ਥੋੜਾ ਗੇਰੜੇ ਦੀ ਗੱਲ ਹੈ। ਉਹ ਜਿਹੜਾ ਨਾ ਇੱਕ ਵਾਰੀ ਮੰਡੀ ਬਹਾਉਦੀਨ ਵਗ ਗਿਆ ਕਿਤੇ ਕਿਸੇ ਕੰਮ, ਉਸ ਵੇਲੇ ਭਲੇ ਜ਼ਮਾਨੇ ਆਨ ਉਹ ਰਾਤ ਕਿਸੇ ਬੰਦੇ ਕੋਲ ਘੋੜਿਆਂ ਛੋੜਿਆਂ ਤੇ ਜਾਂਦੇ ਆਨ ਉੱਠਾਂ ਘੋੜਿਆਂ ਤੇ ਉੱਤੇ ਕਿਸੇ ਡੇਰੇ ਤੇ ਰਿਹਾ ਤੇ ਉਹਨਾਂ ਨੂੰ ਆਖਿਆ ਮੈਂ ਰਾਤ ਰਾਣੀ ਉਹਨਾਂ ਆਖਿਆ ਜੀ ਰਾਹ ਪਾਓ। ਉਹ ਉੱਥੇ ਰਾਤ ਹੀ ਰਿਹਾ। ਉਹਨਾਂ ਰਾਤੀ ਉਹਨੂੰ ਦੁੱਧ ਪਿਵਾਇਆ, ਰੋਟੀ ਦੇ ਨਾਲ ਦੁੱਧ ਦਿੱਤਾ। ਉਸ ਦੁੱਧ ਪੀਤਾ ਨਾ ਤੇ ਉਸ ਨੂੰ ਆਖਿਆ ਵੀ ਇਸ ਮੈਨੂੰ ਦੱਸੋ ਵੀ ਇਹ ਤੁਸੀਂ ਮੱਝ ਕਿਦੋਂ ਲਈ ਜਿਹਦਾ ਆਇਆ ਦੁੱਧ ਤੇ। ਉਹਨਾਂ ਆਖਿਆ ਮੱਝ ਜੈਸਾ ਕਿਦੋਂ ਮੰਡੀ ਤੋਂ ਮੁੱਲ ਲਿਆਂਦੀ ਏ। ਉਸਦਾ ਕਿ ਮੱਝ ਮੇਰੀ ਏ। ਉਹ ਤਾਂ ਉਹਨਾਂ ਆਖਿਆ ਤੇਰੀ ਇਹ ਮੱਝ ਤੂੰ ਵਗਿਆ ਮਨਾਏ ਪਤਾ ਨਹੀਂ ਸੰਦਲ ਬਾਹਰ ਚੂ ਇਹ ਅਸਾਂ ਭਾਈ ਮੰਡੀ ਚੋਂ ਲਈ ਆ ਪਤਾ ਨਹੀਂ ਮੱਝ ਕਹਿੰਦੀ ਏ ਤੇ ਤੂੰ। ਉਸਦਾ ਕਿ ਮੱਝ ਮੇਰੀ ਏ ਸ਼ਰਤੀਆਂ ਮੈਂ ਆਣਾ ਮੱਝ ਮੇਰੀ ਮੈਨੂੰ ਮੱਝ ਵੀ ਖਾਏ। ਇਹ ਤਾਂ ਪਾਏ ਰੋਲ ਆ ਗਿਆ। ਉਹ ਚੱਕ ਦੇ ਸਿਆਣੇ ਬੰਦੇ ਸਾਧ ਲਿਆ ਹੈ। ਉਹਨਾਂ ਆਖਿਆ ਬਈ ਮੱਝ ਵੀ ਖਾਓ ਮੱਝ ਵੀ ਕਹੇ ਮੱਝ ਤੇ ਹੱਥ ਮਾਰੇ ਉਸ ਤੇ ਉਹ ਮੱਝ ਤੇ ਪੁੱਛੋ ਛੁੱਛੋੜ ਹਲਾਇਆ ਉਸ ਪਹਿਚਾਣ ਲਿਆ 2-3 ਸਾਲਾਂ ਬਾਅਦ। ਉਹ ਵੱਡੇ ਸਿਆਣੇ ਬੰਦੇ ਹਨ, ਉਹਨਾਂ 'ਚ ਕੋਈ ਸਿਆਣਾ ਬੰਦਾ ਮੇਰੇ ਵਰਗਾ ਵੀ ਆ। ਉਸ ਆਖਿਆ ਯਾਰ ਇਹਨੂੰ ਪੁੱਛੋ ਤਾਂ ਸਹੀ ਵੀ ਇਸ ਮੱਝ ਨੂੰ ਪਹਿਚਾਣਿਆ ਕਿਵੇਂ। ਮੱਝ ਤਾਂ ਮੰਨ ਲਈ ਸਾਂ ਦੀ ਉਸੀ ਨਾ ਜੀ ਚੋ ਆਂਦੀ ਹੈ ਤੂੰ ਮੰਡੀ ਤੋਂ। ਉਸ ਆਖਿਆ ਜੀ ਇਹ ਮੱਝ ਜਦੋਂ ਬੱਚੀ ਆ ਇਹਦੀ ਮਾਂ ਮਰ ਗਈ ਆ ਤੇ ਮੇਰੇ ਬਾਗ ਦੇ ਵਿੱਚ ਖੋਤੀ ਆ, ਉਹ ਖੋਤੀ ਆ ਸੂਈ ਹੋਈ, ਇਹ ਉਹਦਾ ਦੁੱਧ ਪੀਂਦੀ ਆ ਬਚਪਨ ਵਿੱਚ ਖੋਤੀ ਦਾ। ਇਹਦੇ ਦੁੱਧ ਦੇ ਵਿੱਚੋਂ ਵੀ ਜ਼ੈਕਾ ਖੋਤੀ ਦੇ ਦੁੱਧ ਦਾ ਹੁੰਦਾ। ਇਸ ਵਾਸਤੇ ਇਹ ਮੱਝ ਮੇਰੀ ਉਹ ਬੰਦਿਆਂ ਸਿਆਣੇ ਆਖਿਆ ਮੱਝ ਨੂੰ ਦਿਓ ਚ ਬੰਦੇ ਹਿੱਸੇ ਦੀ ਮੱਝ। ਹੁਣ ਦੱਸ ਬਈ ਕਿਵੇਂ ਸਜਾਣ ਹੁੰਦੀ ਹੈ ਡੋਰਾਂ ਦੀ, ਜਾਂ ਇਹ ਸੁੱਥਣਾ ਸਿਵਾਈਆਂ ਨੂੰ ਨਾ ਬਿਠਾ ਰੱਖੀ ਹੁੰਦੀ ਹੈ ਨਾ ਪੁੱਤਰ। चाचू आपने मेरी बात का गलत मतलब ले लिया है, लेकिन चलें अगर आपको मेरी बात बुरी लगी है तो मैं तहे दिल से माजरत ख्वाह हूँ। खैर इस बात को छोड़ें, आप ये बताएं जो आप ऑफ द कैमरा नशइयों के इत्तेहाद के बारे में बात कर रहे थे, वो मैं चाहता हूँ कि आप व्यूअर्स के साथ भी ये बात शेयर करें। गल पे करेंदे हो तुसी इत्तेहाद ते इत्तफाक दी इन्हां नशइयां दी। तुसीं सुनियो सन कई इत्तेहाद हुंदे ने जी, ऐ किसान इत्तेहाद हो गया, ऐ बुकला इत्तेहाद हो गया, आड़तियां का इतफाक हो गया जी ये। लेकिन ये जिहड़ा इत्तेहाद है इन्हां नशइयां दा ये हर शायद तू हद है। मैं वेख्या तुसां भी वेख्यो सी अक्सर नशइयां नूं, ये किसी पार्क च बैठे न इकट्ठे होकर बैठे सिर जोड़ के हेठां जमीन दे दुनिया माफिया दे पता ही कोई नहीं भी की गुजरदी है दुनिया ते। पार्क च बैठे न किसी नार सुक्की होई पोले हेठ बैठे न, किते वीरान थारां ते बैठे हुंदे न, गंदियां थारां ते बैठे हुंदे न। इंज बैठे होंगे इकट्ठे हो के ना जिमें मक्खियां गोड़ उत्ते बैठिया उड़का शायद भूं करके उड़ गई तो वो थोड़ी शायद अग्गे लगी तो मुड़ अट को थी इकट्ठिया हो गई इंज मुड़ के इकट्ठे हो जाते ते एक दूए नूं इंज ढाया हुआ हुंदा इन्हें जिमें एक दी खिदमत कर रहे हैं 5-7 जने उन्होंने एक दी खिदमत लगे होंगे वो जिमें बांदर एक दो दी जूआ खेडेंदे ये इन्हां दा हाल हुंदा। ये इन्हां दा इतफाक बड़ा
ਮੋੜੇ ਕਿ ਅਗਰ ਪੁਲਿਸ ਆ ਜਾਵੇ, ਪੁਲਿਸ ਸਮਝਣ ਆਉਂਦੀ ਕੋਈ ਨਹੀਂ, ਮੈਂ ਮੋਹਿਆਂ ਨੂੰ ਕੀ ਮਾਰਨਾ, ਤੇ ਜੇ ਆ ਜਾਵੇ ਤੇ ਬੂੰ ਕਰਕੇ ਇੰਜ ਵੱਜਦੇ ਹੀ ਨੇ ਨਾ, ਛਲਾਂਗਾ ਮਾਰ ਕੇ ਜਿਵੇਂ ਬਗਲੇ ਡੱਡੀ ਦੇ ਮਗਰ ਵੱਜਦੇ, ਲਬਸਨੀ ਨਾ ਮੇੜ ਤੋਂ ਭੈੜੇ ਗਏ, ਜਿਵੇਂ 18 ਸਾਲਾਂ ਦੇ ਛੁਹਾਰ ਯੰਗ ਬਿਹਤਰੀਨ ਸਿਹਤ ਵਾਲੇ ਜਾਂਦੇ, ਤੇ ਜਿਸ ਵੇਲੇ ਉਹ ਵਗ ਜਾਂਦੇ ਨੇ ਮੋਢਾਂ ਅੰਦਰ ਡਿੱਗਦੇ, ਮੁੜ ਥਈ ਆ ਕੇ ਇਕੱਠੇ ਹੋ ਕੇ ਪਾਏ ਜਾਂਦੇ ਦੀ ਨਾ, ਸਾਰਾ ਦਿਨ ਬੈਠੇ ਹੋਣਾ ਤੇ ਸ਼ਾਮ ਵੇਲੇ ਨਵਾਰਦਾਤਾਂ ਕਰਨੀਆਂ, ਕਿਸੇ ਦੀ ਰੱਸੀ ਚਾ ਲਈ ਤੇ ਕਿਸੇ ਦਾ ਪੈੜਾ ਚਾ ਲਿਆ, ਤੇ ਕੁਝ ਇਹੋ ਜਿਹੀਆਂ ਕਾਰਵਾਈਆਂ ਇਹਨਾਂ ਦੀਆਂ ਹੁੰਦੀਆਂ। मेरे साथ भी एक दफा ऐसा ही शुगल हुआ। मेरे पास एक बंदा आया, शक्ल से नशई सा लग रहा था, और उसने कहा कि अल्लाह के नाम पर मेरी मदद कर दो। तो मैंने ना फौरन उसको अपने बटुए से निकाल के 10 रुपए दिए। मैंने कहा कि भाई ये अपने पास पैसे रखो, इनकी रोटी खा लेना, नशे ना करना, और अगर कुछ बच जाए तो फ्रूट भी ले लेना। कुछ सेकंड तो नशे मुझे अजीब तरीके से ऐसे घूरता रहा। तो वो कहता कि भाई साहब अगर इजाजत होवे ਤੇ ਇਹਦੇ ਵਿੱਚੋਂ ਅਗਰ ਕੋਈ ਪੈਸੇ ਬਚ ਜਾਣ ਤੇ ਮੈਂ ਹੱਜ ਕਰ ਸਕਦਾ ਵਾਂ। ਅੱਛਾ, ਤੇਰੇ ਕਿੱਸੇ ਤੋਂ ਨਾ ਮੈਨੂੰ ਇੱਕ ਕਿੱਸਾ ਮੈਨੂੰ ਵੀ ਯਾਦ ਆ ਗਿਆ। ਉਹ ਇੱਕ ਦਿਨ ਨਾ ਇਸ਼ਾ ਤੋਂ ਬਾਅਦ ਦੀ, ਸੋਤੇ ਤੋਂ ਬਾਅਦ ਦੀ ਗੱਲ ਆ, ਤੇ ਮੈਂ ਗਲੀ ਮਸੀਤ ਵਾਲੀ ਚੋਂ ਲੱਗਿਓ, ਮੈਂ ਵੇਖਿਆ ਵੀ ਇੱਕ ਬੰਦਾ ਬੜਾ ਔਖਾ ਜਿਹਾ ਨਾ ਪੰਪ ਨੂੰ ਬਰੀਕੀ ਵਧਾਇਆ ਤੇ ਉਹ ਚੁੰਮਦਾ ਨਹੀਂ ਸੁਪਿਆ, ਮਾੜਕੂ ਜਿਹਾ ਬੰਦਾ। ਮੈਂ ਕਿ ਪੰਪ ਖਰਾਬ ਹੋ ਗਿਆ, ਉਸੇ ਤੇ ਮੌਲਵੀ ਆਖਿਆ ਉਸੇ ਵੀ ਠੀਕ ਕਰਾ ਲਿਆ। ਉਹ ਮੈਂ ਨਾ ਉਹਦੀ ਮਦਦ ਕੀਤੀ, ਉਹਨੂੰ ਚਵਾਇਆ, ਉਹ ਚਵਾ ਕੇ ਬੰਦਾ ਰਿਹਾ। ਤੰਮੀ ਮੌਲਵੀ ਸਾਹਿਬ ਮਸੀਤ ਐਲਾਨ ਠੋ ਦਿੱਤਾ, ਰਾਤੀ ਕਿਸੇ ਪਾਪ ਲਾ ਲਿਆ। ਉਹ ਮੈਨੂੰ ਉਸੇ ਪਤਾ ਲੱਗਾ ਵੀ ਦੀ ਉਤ ਨਸ਼ਈ ਆ ਤੇ ਲਾ ਕੇ ਲਾਏ ਗਿਆ ਪੰਪ। ਇਹੋ ਜਿਹੀ ਗੱਲਾਂ ਤੂੰ ਬੱਚੇ ਕਰੋ ਇਹਨਾਂ ਕੋਲੋਂ, ਨਸ਼ਈਆਂ ਕੋਲੋਂ, ਤੇ ਨਸ਼ੇ ਤੋਂ ਵੀ ਬਚਿਆ ਕਰੋ। ਇਹ ਬੜੀ ਭੈੜੀ ਬਿਮਾਰੀ ਏ। ਇਹ ਉਹ ਬਿਮਾਰੀ ਏ ਜਿਹੜੀ ਹੇਕ ਮਰੀਜ਼ ਨੂੰ ਨਹੀਂ ਹੁੰਦੀ, ਨਸਲਾਂ ਤਾਈਂ ਤਬਾਹ ਕਰ ਛੁੜਦੀ ਏ, ਘਰਾਂ ਦੇ ਘਰ ਤਬਾਹ ਕਰ ਛੁੜਦੀ ਏ। ਨੌਜਵਾਨ ਖੂਬਸੂਰਤ ਬੱਚੇ ਤੇ ਇਸ ਕੰਮ ਤੇ ਲੱਗ ਜਾਂਦੇ ਨੇ, ਤੇ ਮੁੜ ਕੇ ਉਹਨਾਂ ਦੀ ਸ਼ਕਲ ਵੇਖਣ ਦੀ ਨਹੀਂ ਹੁੰਦੀ, ਲੱਖ ਲਾਹਨਤਾਂ ਪਈਆਂ ਹੁੰਦੀਆਂ ਨੇ। ਤੇ ਅੱਲਾ ਰਹਿਮ ਕਰੇ, ਇਸ ਤੋਂ ਬਚੋ, ਆਪਣੇ ਬੱਚਿਆਂ ਨੂੰ ਬਚਾਓ। ਤੇ ਇਹਦੇ ਬਚਾਉਣ ਦਾ ਤਰੀਕਾ ਇਹ ਹੀ ਹੈ ਵੀ ਉਹਨਾਂ ਨੂੰ ਅੱਛਾ ਮਾਹੌਲ ਫਰਾਹਮ ਕਰੋ, ਤੁਸੀਂ ਅੱਛੇ ਮਾਹੌਲ ਇਹਨਾਂ ਨੂੰ ਰੱਖੋ। ਇਹੋ ਜਿਹਾ ਲੋਕਾਂ ਤੋਂ ਵਾਲਦੈਨ ਨੂੰ ਚਾਹੀਦਾ, ਜਿਤਨਾ ਵੀ ਜ਼ਮਾਨਾ ਐਡਵਾਂਸ ਹੋ ਜਾਵੇ ਨਾ, ਵਾਲਦੈਨ ਨੂੰ ਚਾਹੀਦਾ ਕਿ ਬੱਚੇ ਨੂੰ 22-23 ਸਾਲ ਤੱਕ ਉਹਦੀ ਖਬਰ ਰੱਖੇ, ਉਹਦੇ ਮਗਰ ਰਹੋ, ਉਹ ਕਿੱਥੇ ਜਾਂਦਾ ਪਿਆ, ਕਿਹੜੇ ਦੋਸਤਾਂ ਨੂੰ ਮਿਲਦਾ ਪਿਆ ਹੈ, ਕੀ ਕਰਦਾ ਪਿਆ ਹੈ। ਇਹ ਸਾਰੀ ਖਬਰ ਮਾਂ-ਬਾਪ ਨੂੰ ਹੋਣੀ ਚਾਹੀਦੀ। ਇਹ ਨਸ਼ਾ, ਇਹ ਕੈਂਸਰ ਤੋਂ ਬੈੜੀ ਮਰਾਜ਼ ਹੈ, ਇਹ ਨਸਲਾਂ ਤਬਾਹ ਕਰ ਦਿੰਦਾ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਈਨਾ। ਪੰਜਾਬ ਦਾ ਇੱਕ ਪਿੰਡ ਹੈ ਤੇ ਬੜਾ ਮਸ਼ਹੂਰ ਹੈ। ਉਹ ਇਸ ਵਜ੍ਹਾ ਤੋਂ ਮਸ਼ਹੂਰ ਹੈ ਕਿ ਉੱਥੋਂ ਦਾ ਹੁਰੀਅਤ ਪਸੰਦ ਜਿਹੜਾ ਹੈ ਲੀਡਰ ਆ, ਸ਼ਹੀਦ ਹੋਇਆ। ਉਸ ਨਾਂ ਤੋਂ ਅੱਜ ਹੀ ਮਸ਼ਹੂਰ ਹੈ, ਔਰ ਲੋਕ ਉਹਦੀ ਰਿਸਪੈਕਟ ਕਰਦੇ ਹਨ, ਤੇ ਅਸੀਂ ਵੀ ਇੱਜ਼ਤ ਕਰਨੇ ਆ। ਉੱਥੇ ਮੇਰਾ ਇੱਕ ਜਾਵਣ ਦਾ ਉੱਤੇ ਇਤਫਾਕ ਹੋਇਆ, ਕੰਮ ਆ ਮੈਨੂੰ ਇੱਕ ਆਪਣਾ, ਤੇ ਮੈਂ ਵੇਖਿਆ ਨਾ ਤਾਂ ਹਰ ਦੂਆ ਬੰਦਾ ਜਿਹੜਾ ਹੈ ਨਾ ਉਹ ਡਿਸੇਬਲ ਮੁਰਾਦ ਕਾਣਾ, ਕੋਈ ਲੂਲਾ, ਕੋਈ ਲੰਗੜਾ, ਕੋਈ ਬਹਿੰਗਾ, ਮਤਲਬ ਕੋਈ ਬੰਦਾ ਮੁਕੰਮਲ ਨਾ ਕੁਛ ਹਰ ਇੱਕ ਦੇ ਵਿੱਚ ਐਬ ਹਾ। ਅੱਧੀ ਆਬਾਦੀ ਤਕਰੀਬਨ, ਈਵਨ ਕਿ ਉਸ ਚੱਕ ਦੇ ਹਾਈ ਸਕੂਲ ਆ, ਮੈਂ ਉੱਥੇ ਗਿਆ ਤੇ ਮੈਂ ਵੇਖਿਆ ਲੋ ਹੈਡ ਆ ਮਾਸਟਰ ਜਿਹੜਾ ਨਾ ਉਹ ਵੀ ਡਿਸੇਬਲ ਆ। ਮੈਂ ਉੱਥੇ ਹੋਰ ਟੀਚਰ ਵੀ ਬੈਠਿਆ ਉਹਨਾਂ ਦੇ ਨਾਲ ਐਵੇਂ ਇਸੇ ਬਾਰੇ ਗੁਫ਼ਤਗੂ ਸ਼ੁਰੂ ਕਰ ਲਈ। ਮੈਂ ਕਿਹਾ ਯਾਰ ਮੈਂ ਪਿੱਛੋਂ ਆਏ ਵੇਦਾ ਆਇਆ, ਐਡਾ ਇਹ ਪਿੰਡ ਹੈ ਤੇ ਇੱਥੇ ਇਹ ਚੀਜ਼ ਕਿਉਂ ਹੈ। ਉਹ ਮੈਨੂੰ ਨਾ ਦੱਸਿਆ, ਵਿੱਚ ਇੱਕ ਸਾਇੰਸ ਟੀਚਰ ਆ, ਬੜਾ ਸਿਆਣਾ ਬਜ਼ੁਰਗ ਆਦਮੀ ਆ। ਉਸ ਆਖਿਆ ਇਹ ਕਈ ਨਸਲਾਂ ਤੋਂ ਇਸ ਪਿੰਡ ਨਸ਼ੇ ਦਾ ਕਾਰੋਬਾਰ ਹੋ ਰਿਹਾ, ਲੋਕ ਨਸ਼ਾ ਵੇਚਦੇ ਵੀ ਐਨ, ਬਣਾਉਂਦੇ ਵੀ ਐਨ, ਤੇ ਜ਼ਾਹਿਰ ਹੈ ਫਿਰ ਬੱਚੇ ਆਪਣਿਆਂ ਤੋਂ ਕੰਮ ਸ਼ੁਰੂ ਹੁੰਦਾ ਹੈ, ਉਹ ਪੀਂਦੇ ਵੀ ਐਨ, ਤੇ ਉਸ ਵਜ੍ਹਾ ਤੋਂ ਇਹ ਸਾਰੇ ਡਿਸੇਬਲ ਹੁੰਦੇ ਜਾ ਰਹੇ ਨੇ। ਕੋਈ ਜ਼ਿਹਨੀ ਤੌਰ ਤੇ ਡਿਸੇਬਲ ਹੈ, ਕੋਈ ਹੱਥਾਂ ਦੇ ਪੈਰ ਤੋਂ, ਕੋਈ ਅੱਖਾਂ ਤੋਂ, ਕੋਈ ਹਰ ਚੀਜ਼ ਯਾਨੀ ਉਹਨਾਂ ਦੀ ਡੈਮੇਜ ਹੁੰਦੀ ਜਾ ਰਹੀ ਹੈ। ਔਰ ਉੱਥੇ ਇਸ ਕਦਰ ਆ, ਉਹ ਕਹਿੰਦੇ ਨੇ ਸਾਡੇ ਉਸਤਾਦ ਸਾਹਿਬ ਮੈਨੂੰ ਦੱਸਿਆ ਕਿ ਇਹ ਜਿਹੜੀ ਸਾਡੇ ਇਹ ਪੜ੍ਹਨ ਵਾਲੇ ਬੱਚੇ ਨੇ, ਇਹਨਾਂ ਦੇ ਵਿੱਚ ਇਹ ਚੀਜ਼ ਚੱਲਦੀ ਪਈ। ਇਹ ਪੀਂਦੇ ਨੇ, ਕਹਿੰਦੇ ਅਸੀਂ ਬੜੀ ਸਖਤੀ ਕਰਨੇ ਆਏ, ਬੜੇ ਤਰੀਕੇ ਲਾਉਂਦੇ ਆ, ਲੇਕਿਨ ਕੋਈ ਗੱਲ ਨਹੀਂ ਬਣਦੀ। ਤੇ ਅੱਲਾ ਹੀ ਜੇ ਰਹਿਮ ਕਰੇ ਇਸ ਪਿੰਡ ਤੇ। ਤਾਂ ਉਸ ਤੋਂ ਬਾਅਦ ਮੈਨੂੰ ਇਤਫਾਕ ਨਾ ਹੋਇਆ ਉੱਥੇ ਜਾਵਣ ਦਾ, ਪਤਾ ਨਹੀਂ ਹੁਣ ਉਹਦੀ ਕੀ ਸੂਰਤ ਹਾਲ ਹੈ, ਕਾਫੀ ਪੁਰਾਣੀ ਗੱਲ ਹੈ। ਉੱਥੇ ਬੈਠੇ ਨਾ ਤੇ ਉਹ ਨੰਦਾ ਕੋਈ ਸ਼ਗਿਰਦ ਆ ਤੇ ਆਉਂਦੇ ਨੇ ਆ ਛੋਰ ਆਇਆ, ਉਹ ਮਿਲਣ ਆਇਆ, ਬੜਾ ਲਾਇਕ ਆ, ਆਖਿਰ 8ਵੀਂ 9ਵੀਂ ਤਾਈਂ ਬੜਾ ਲਾਇਕ ਆ, ਤੇ ਮੁੜੇ ਨਸ਼ੇ ਤੇ ਲੱਗ ਗਿਆ। ਉਹਨੂੰ ਉਸਤਾਦ ਪੁੱਛ ਲਿਆ ਵੀ ਹਾਂ ਬਈ ਨਾ ਤਾਂ ਹੁਣ ਮੈਂ ਨਹੀਂ ਲੈਂਦਾ, ਇਹ ਨਸ਼ਾ ਕਰਨਾ ਹੈ ਕਿ ਛੱਡ ਦੋ। ਉਸ ਆਖਿਆ ਉਸਤਾਦ ਜੀ ਹੁਣ ਨਸ਼ਾ ਛੱਡ ਦਿੱਤਾ ਵੇ, ਪੁਲਿਸ ਵਾਲੇ ਬੜੀ ਬੇਇੱਜ਼ਤੀ ਕਰਦੇ ਨੇ। ਤੇ ਮੇਰੇ ਮੂੰਹ ਚੋਂ ਨਿਕਲ ਗਿਆ, ਮੈਂ ਕਿਹਾ ਇਹਨਾਂ ਦੀ ਇੱਜ਼ਤ ਰਹਿ ਜਾਂਦੀ ਜਿਹਨਾਂ ਦੀ ਉਹ ਬੇਇੱਜ਼ਤੀ ਕਰਦੇ ਨੇ। ਉਹਨਾਂ ਦੀ ਹੁਣ ਇੱਜ਼ਤ ਵੇਖ ਕੇ ਡੀ ਉਹ ਮੱਛਰ ਗਿਆ।
ਅਸਾਂ ਆਖਿਆ ਮਾਸਟਰ ਸਾਹਿਬ ਸਾਡੀ ਕੋਈ ਕੁੜੀ ਨੱਸੀ ਆ ਵੀ ਸਾਡੀ ਇੱਜ਼ਤ ਕੋਈ ਤੇਰਾ ਬੇੜਾ ਤਰਜ ਹੈ। ਉਸ ਮੈਨੂੰ ਹੀ ਮਾਸਟਰ ਹੀ ਸਮਝਿਆ। ਤੁਸੀਂ ਅੱਜ ਬਾਹਰ ਨਿਕਲੋਗੇ ਤੋਂ ਇੱਥੇ ਕਤਲਾਮ ਹੋ ਜਾਣਗੇ। ਲੈ ਵੀ ਮੈਂ ਕਿਹਾ ਮੈਂ ਕਿਹੜੇ ਭੁੰਡਾਂ ਦੀ ਕੱਖਰ ਨੂੰ ਹੱਥ ਲਾ ਲਿਆ। ਉਹ ਜਿਹੜਾ ਜਨਾਬ ਥੋੜੀ ਇੱਕ ਦੇਰ ਨੂੰ ਗੇਟ ਉੱਤੇ ਲਾਏ ਕਿ 15-20 ਨਸ਼ਈਆਂ ਨੂੰ ਬਾਹ ਗਿਆ। ਉਹਦਾ ਕਿ ਮਾਸਟਰ ਬਾਹਰ ਨਿਕਲਿਆ ਤੇ ਅੱਜ ਕਤਲਾਮ ਕਰ ਦਿਓ। ਇਤਨੀ ਇਹ ਗੱਲ ਤੋਂ ਬੜੇ ਗਜ਼ੇ ਨਹੀਂ ਤਾਂ ਸਹੀ ਹੁੰਦਾ ਤੇ ਨਾ ਭੜਕਦਾ। ਉਹ ਮੈਨੂੰ ਮਾਸਟਰ ਆਖਿਆ ਵੀ ਇਹ ਤੁਹਾਡੇ ਹੁਣ ਇਹਦੇ ਜ਼ਹਨ 'ਚ ਬਹਿ ਗਈ ਤੁਹਾਡੇ ਬਾਰੇ ਇਹ ਗੱਲ ਤੇ ਚਲੋ ਤੁਹਾਨੂੰ ਨਾ ਪਿਛਲੇ ਮੈਂ ਗੇਟ ਚੋਂ ਘਾਟਮ ਨਾ ਤੁਸੀਂ ਆਪਣੇ ਘਰ ਜਾਓ, ਇਹਨਾਂ ਨੂੰ ਸਿਆਪੇ ਸੰਭਾਲ ਲਈ। ਉਹ ਮੈਨੂੰ ਨਾ ਪਿਛਲਾ ਗੇਟ ਖੋਲ ਕੇ ਦਿੱਤਾ, ਮੈਂ ਵਾਪਸ ਆ ਗਿਆ। ਇਹ ਹਾਲਤ ਇਹਦੇ 'ਚ ਗੈਰਤ ਦੀ ਤੇ ਗੈਰਤਮੰਦੀ ਦੀ ਵੀ ਬੇਗੈਰਤੀ ਵੀ ਕਰਨੀ ਤੇ ਗੈਰਤਮੰਦ ਵੀ ਬਣਨਾ ਤੇ ਨਸਲਾਂ ਆਪਣੀਆਂ ਤਬਾਹ ਕਰਨੀਆਂ, ਬੱਚੇ ਆਪਣੇ, ਮਈਸ਼ਤ ਆਪਣੀ ਤਬਾਹ ਹੋ ਗਈ, ਸਭ ਕੁਝ ਹੋ ਗਿਆ। ਇਹ ਉਹ ਦਰਦ ਹੈ, ਉਹ ਤਕਲੀਫ ਹੈ ਜਿਹੜੀ ਅਸੀਂ ਆਪਣੇ ਆਪ ਲੈ ਲੈਂਦੇ, ਆਪਣੇ ਸੀਨੇ 'ਚ ਆਪੇ ਛੁਰਾ ਪਾਉਣ ਵਾਲੀ ਗੱਲ ਹੈ। ਇਸ ਵਾਸਤੇ ਇਸ ਤੋਂ ਪਰਹੇਜ਼ ਕਰੋ। ਨਸ਼ਾ ਕੁਝ ਅੱਛੀ ਚੀਜ਼ नहीं है ਤੇ नशा तबाही है, बर्बादी है। अल्लाह हाफिज। अच्छा तो नाजरीन, शो के वक्त का इख्तिताम हुआ। अब मिलते हैं आपसे नेक्स्ट एपिसोड में। मुझे और चाचू अस्कर को दीजिए इजाजत। अल्लाह हाफिज। पाकिस्तान जिंदाबाद।